अस्सलाम वालेकुम गोगा जी। वालेकुम सलाम। सुने थोड़ा लाख रुपए का इनाम निकला है? हाँ जी, हाँ जी, जेब चो निकल गया। जेब च निकले? हाँ जी। ਉਹ ਐਡਾ ਮਤਲਬ ਕੀ ਰੱਖਿਆ ਸੀ ਜੇਬ ਦੇ ਵਿੱਚ ਲੱਖ ਰੁਪਏ ਦਾ? मैं 1000 रुपये ਨੂੰ ਲੱਖ ਕਹਿਣਾ। ਅੱਛਾ 1000 ਰੁਪਏ ਨੂੰ ਲੱਖ। ਗੋਗਾ ਜੀ ਬਿਲਕੁਲ ਉਹ ਗੱਲ ਕਰੀ ਸੀ ਨਾ 1.25 ਲੱਖ ਦੀ ਖੇਡ ਹੈ, ਉਹ ਲੱਖ ਰੁਪਇਆ ਸੀਗਾ। ਅੱਛਾ ਗੋਗਾ ਜੀ ਖੁਦਾ ਨਾ ਖਾਸਤਾ ਕੋਈ ਅੱਛੀ ਗੱਲ ਮੂੰਹ ਚੋਂ ਕੱਢਣੀ ਜੇ ਪੀਰ ਜੇ ਕੋਈ ਮਾੜੀ ਨਾ ਕੱਢ ਦਿਓ। ਨਹੀਂ ਅਗਰ ਤੁਹਾਡਾ ਲੱਖ ਰੁਪਏ ਨਿਕਲ ਆਵੇ ਹਾਂਜੀ ਹਾਂਜੀ ਤੇ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ? ਮੈਂ ਕਰ ਲੈ ਜਾਵਾਂਗਾ, ਹੋਰ ਮੈਂ ਕੀ ਕਰਨਾ। ਅੱਛਾ ਕਰ ਲੈ ਜਾਓਗੇ। ਸੁਬਰਾ ਸਾਹਿਬ ਤੁਹਾਡਾ ਲੱਖ ਰੁਪਏ ਨਿਕਲ ਆਵੇ ਤੁਸੀਂ ਕੀ ਕਰੋਗੇ? ਮੈਂ ਜਨਾਬ ਪਹਿਲੇ ਤਾਂ 60,000 ਰੁਪਏ ਤੁਹਾਨੂੰ ਹੀ ਫੜਾ ਦੇਵਾਂਗਾ। ਕਿਉਂ ਜੀ? ਕਿਉਂ ਤੁਸੀਂ ਸਾਡੇ ਪੀਰ ਹੋ। ਦਿਲਾਵਰ ਸਾਹਿਬ ਤੁਹਾਡਾ ਜੋ ਲੱਖ ਰੁਪਏ ਨਿਕਲ ਆਵੇ ਕੀ ਕਰੋਗੇ ਤੁਸੀਂ? सर जी 50,000 की शादी करावांगा ਅੱਛਾ ਅੱਛਾ और बकाया 50,000 रुपये का वलीमा करावांगा। रोटी खाऊंगे। गोगा भाई, आसफ भाई। दोस्तों ये फनकारों की बैठक है, तो यहाँ पर आप लोगों ने मजा लेना है। फनकारों की गुफ्तगू कैसी थी? गोगा जी ये बताएं बच्चे कितने हो गए आपके? अच्छा, बेटे हैं चारों? 3 बेटे 1 बेटी। माशाल्लाह। तो बच्चे तो मैंने सुना है आप सारे बरसों रोजगार हाँ है, जी हाँ जी, अल्लाह का शुक्र तो है। फिर आप क्यों 16 साल के बन के फिरते रहते हैं अभी? तो रब ने रखे मैंने, मैं हैप्पी हाँ, बच्चे वालों खुश हाँ मैं। अच्छा गोगा जी मुस्तकबिल करीब में आप कोई मतलब क्या कर रहे हैं, प्रोग्राम क्या है आपका? बस सुकून करांगे, रेस्ट करांगे, अल्लाह का शुक्र है, हर चीज़ पूरी है। यानी फील्ड छड्डन लगे हो तुसीं? अल्लाह के हुक्म नाल। कदों? ਉਹ ਲੱਗ ਜਾਣਗੇ ਸਾਲ 2 ਸਾਲ। अच्छा यानी पिछले 5 साल तो ये गल मैं सुन रहा। ਪਰ ਆਉਣ ਵਾਲੇ 2 ਸਾਲਾਂ 'ਚ ਹੋ ਜਾਏਗਾ ਕੰਮ। ਅੱਛਾ ਸੁਬਰਾ ਸਾਹਿਬ ਮੈਂ ਸੁਣਿਆ ਤੁਸੀਂ ਵੀ ਅੱਜ ਕੱਲ ਫੌਰੀ ਪ੍ਰੋਗਰਾਮ ਬਣਾ ਲਿਆ ਵੀ ਮੈਂ ਫੀਲਡ ਨੂੰ ਖੁਦਾ ਹਾਫਿਜ਼ ਕਹਿ ਦਵਾਂ। ਹਾਂਜੀ ਅੱਲਾ ਹਾਫਿਜ਼ ਹੀ ਹੁਣ ਕਹਿਣਾ ਚਾਹੀਦਾ ਜਿਵੇਂ ਹਾਲਾਤ ਚੱਲ ਰਹੇ ਨੇ। ਹੈ ਨਾ ਮਸਲਨ ਮਸਲਨ ਵੀ ਜਿਵੇਂ ਪਹਿਲੇ ਕੰਮ ਸੀਗਾ ਉਸ ਰੂਟੀਨ ਨਾਲ ਕੰਮ ਨਹੀਂ ਹੈਗਾ। ਇੰਨੇ ਸਾਰੇ ਫਨਕਾਰ ਕਿਉਂ ਹੋ ਗਏ? ਬਹੁਤ ਫਨਕਾਰ ਹੋ ਗਏ, ਵਜ੍ਹਾ ਕੀ ਬਣ ਗਈ? ਸਰ ਜਿਹਨੂੰ ਕੋਈ ਹੋਰ ਕੰਮ ਨਹੀਂ ਲੱਭਦਾ ਉਹ ਇੱਧਰ ਟੋਰ ਪੈਂਦਾ ਹੈ ਨਾ? ਸਰਕਾਰ ਤੇ ਵਧਣੇ ਹੀ ਨੇ ਫਿਰ। ਇਹਦੇ ਵਾਸਤੇ ਨਾ ਵੈਸੇ ਕੋਈ ਕਾਇਦਾ ਕਾਨੂੰਨ ਹੋਣਾ ਚਾਹੀਦਾ। ਹਾਂਜੀ ਹਾਂਜੀ। ਅਸਲ 'ਚ ਜਿਨ੍ਹਾਂ ਦਾ ਕੰਮ ਹੈ ਉਹ ਲੋਕ ਨਹੀਂ ਕਰ ਰਹੇ, ਜਿਨ੍ਹਾਂ ਦਾ ਨਹੀਂ ਹੈ ਉਹ ਲੋਕ ਕਰ ਰਹੇ ਨੇ। ਨਵੇਂ ਬੱਚਿਆਂ ਵਾਸਤੇ ਕੋਈ ਪੈਗਾਮ ਦੇਣਾ ਚਾਹੋਗੇ? ਨਵੇਂ ਬੱਚੇ ਕੋ ਕੰਮ ਕਰਨ, ਮਿਹਨਤ ਕਰਨ, ਜਿਸਮ ਨੂੰ ਹਲਾਲ ਕਰਨ, ਫਿਰ ਪੈਸਾ ਕਮਾਉਣ। ਯਾਨੀ ਫਨਕਾਰੀ ਤੇ ਸ਼ੋਭਾ ਅੱਛਾ ਨਹੀਂ ਹੈ। ਨਹੀਂ ਇਹਦੇ 'ਚ ਫਨਕਾਰ ਹੈ ਹੀ, ਜਿਹੜੇ ਫਨਕਾਰ ਹੈ ਨੇ ਨਾ ਅੱਲਾਹ ਤਾਲਾ ਨੇ ਉਹਨਾਂ ਨੂੰ ਇੱਜ਼ਤ ਵੀ ਦਿੱਤੀ ਹੈ। ਜਿਹੜੇ ਸੱਚੀ ਮੁੱਚੀ ਦੇ ਫਨਕਾਰ ਨੇ ਸ਼ਾਹ ਸਾਹਿਬ, ਉਹ ਅੱਲਾਹ ਉਹਨਾਂ ਨੂੰ ਇੱਜ਼ਤ ਦੇਵੇ। ਪਰ ਮੈਂ ਕੈਸਾ ਕੂੜ ਆ ਕਿ ਮੈਂ ਇੱਕ ਕੂੜ ਦਾ ਇੰਟਰਵਿਊ ਲੈਣ ਲੱਗ ਪਿਆ। ਕੋਈ ਐਸੀ ਕੋਈ ਗੱਲ ਗੱਲ ਨਹੀਂ, 80% ਤੁਸੀਂ ਮੇਰੇ ਵਰਗੇ ਹੀ ਹੋ। दिलावर जी 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 आप ये बताएं, जी। अगर आपको पाकिस्तान फिल्म इंडस्ट्री के अंदर परफॉर्मेंस का मौका मिल जाए तो सर अभी तो मेरी इतनी उम्र नहीं है, तो बात ऐसे करूँ अगर कोई अदाकारी बुढ़ेपे की तरह मिल जाए तो मैं कर दूंगा। यानी इतनी उम्र नहीं है, मैं समझा पहले कहने का 15 साल का सारा मैं। अच्छा बुढ़ापे का सीन नहीं, एक बिल फर्ज अगर तुमको कोई सीन मिल जाए कि जी आपने साइमा जी के साथ परफॉर्मेंस करनी है और मतलब बड़ी क्लोज परफॉर्मेंस, फिर क्या करेंगे? क्या कर लांगे सामा जी, तो मैं साल की बड़ी होनी बस। मेकअप वगैरह तैयारी करके वो कर लूंगा एक दो गाना। अच्छा की कह रहे गोगा जी ਤੁਸੀਂ? ਸਾਮਾ ਜੀ ਸਾਲ ਦੀ ਵੱਡੀ ਹੋਣੀ, ਇਹਨਾਂ ਤੋਂ ਕਰ ਲੈਣਗੇ। ਇਹਨਾਂ ਤੋਂ ਹਾਂਜੀ ਨਾ ਕਰੋ ਯਾਰ, ਸਾਡੇ ਪਾਕਿਸਤਾਨ ਦਾ ਸਰਮਾਇਆ। ਸਹਿਰ ਉਹ ਪਾਕਿਸਤਾਨ ਦਾ ਹੁਸਨ ਨੇ, ਲੇਕਿਨ ਉਹਨਾਂ ਦੀ ਉਮਰ ਵੀ ਹੈ ਨਹੀਂ। ਉਹਨਾਂ ਦੇ ਬੱਚੇ ਜਵਾਨ ਨੇ। ਹੁਣ ਸੈਦ ਨੂਰ ਸਾਹਿਬ ਦੇ ਵੇਖਣਾ ਤੁਸੀਂ ਉਹਨਾਂ ਦੇ ਨਾਲ। ਮਾਰੇ ਤੂੰ ਬੇਫਰਮ ਬਣਾਇਆ ਜਾ ਕੇ ਉਹਨਾਂ ਦਾ। ਦੱਸ ਭਾਈ सुब्रा साहब, अगर आपको मौका मिले कि माधुरी दीक्षित के साथ आपने 2 गाने पिक्चराइज कराने हैं, ਹਾਏ ਪਹਿਲੇ ਤਾਂ ਮੈਂ ਮਿੱਠੇ ਚੌਲਾਂ ਦੇ ਦੇਗ ਹੀ ਵੰਡ ਦਿਆਂਗਾ ਨਾ ਪਕਾ। ਬਸ ਮਰ ਗਏ ਇੱਥੋਂ ਹੀ ਫਨਕਾਰ ਮਰ ਗਿਆ। ਇਹਨੂੰ ਕਹਿੰਦੇ ਨੇ ਗੋਗਾ ਜੀ ਵਾਕਈ ਸਹੀ ਗੱਲ ਹੈ, ਫਨਕਾਰ ਹੀ ਹੁੰਦਾ ਤੇ ਕੂੜ ਹੀ ਹੁੰਦਾ ਬਈ ਇਹਨਾਂ ਨੂੰ। ਅੱਛਾ ਵੈਸੇ ਤੁਹਾਨੂੰ ਯਕੀਨ ਵੀ ਨਹੀਂ ਆਣਾ ਕਿ ਮੈਂ ਮਾਧੁਰੀ ਨਾਲ? ਹਾਂਜੀ ਬਿਲਕੁਲ ਨਹੀਂ ਯਕੀਨ ਨਾਲੇ ਹੈ। ਮਿੱਠਾ ਚੌਲ ਉਹਦੇ ਨਾਲ ਬੈਠ ਔਰ ਖਾਣੇ। ਅੱਛਾ ਤੁਸੀਂ ਹਕੀਕਤ 'ਚ ਕਹਿ ਰਹੇ ਹੋ ਕਿ ਖਾਬ ਆਏਗੀ? नहीं मैं एक सवाल कर रहे हैं कि शायद माधुरी जी तक मेरा ये वीडियो क्लिप पहुंच जाए और उन्होंने तरस आ जाए और वो एक मैं इखलाकन या एहतरामन तो फोन कर दें भी सुब्रा भाई आ जाएगा। ਲਓ ਤਾਂ ਸਰ ਪਹਿਲੇ ਮਿੱਠੇ ਚੌਲਾਂ ਦੀ ਦੇਗ ਰਸਗੁੱਲੇ ਵਿੱਚ ਪਾ ਕੇ। अच्छा ਲਓ ਜੀ, ਸਾਡੇ ਸਾਰਿਆਂ ਦੀ ਤਰਫੋਂ ਹੁਣ ਸ਼ਾਹ ਸਾਹਿਬ ਵੀ ਸਾਡੇ ਵਰਗੀ ਗੁਫ਼ਤਗੂ ਕਰਨਗੇ ਅੱਲਾ ਦੇ ਹੁਕਮ ਨਾਲ। ਜੀ ਸ਼ਾਹ ਜੀ जी हुक्म करो जनाब। ਤੁਸੀਂ ਆਪਣੇ ਤਾਸਰਾਤ ਦੱਸੋ ਜੀ ਫਨਕਾਰਾਂ ਦੇ ਬਾਰੇ 'ਚ। मेरी गुफ्तगू ही तो 1 to 5 लंघ गया। देखो तो जनाब हुणे दी पिट बंद होवे ते मैं कोई ਹੋ ਗਈ ਦੱਸੋ ਜੀ ਜ਼ਰਾ। बस मैं ते नवे फनकारां ਨੂੰ सिर्फ इन्ना कहांगा कि भाई छोटी जी जिंदगी ਜਦੋਂ ਅਸੀਂ ਇਸ ਫੀਲਡ 'ਚ ਆਏ ਸੀ ਤੇ ਬੜੇ ਖਾਬ ਸਨ, ਬੜੀਆਂ ਚੀਜ਼ਾਂ ਸਨ, ਵਕਤ ਜਾਂਦੇ ਪਤਾ ਹੀ ਨਹੀਂ ਲੱਗਾ। ਤੇ ਤੁਹਾਡੇ ਲਈ ਵੀ ਅੱਜ ਉਹੀ ਟਾਈਮ ਹੈ, ਬੜੀ ਜਲਦੀ ਗੁਜ਼ਰ ਜਾਣਾ ਮੇਰਾ ਬੱਚਾ। ਆਪਣੇ ਆਪ ਨੂੰ ਸੰਭਾਲ ਕੇ ਚਲੋ ਤੇ ਆਪਣੀ ਆਖਰਤ ਦੀ ਫਿਕਰ ਕਰੋ, ਠੀਕ ਹੈ। ਲੇਕਿਨ ਸਾਨੂੰ ਅਲਹਮਦੁਲਿਲਾ ਸਾਡਾ ਕੈਰੀਅਰ ਬੜਾ ਸਾਫ ਸੁਥਰਾ ਹੈ, ਸਾਨੂੰ ਕੋਈ ਸ਼ਰਮ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਕੋਈ ਦਰਦ ਨਹੀਂ ਹੈ, ਕੋਈ मतलब ਅਫਸੋਸ ਵੀ ਨਹੀਂ ਹੈ ਕਿ ਅਸੀਂ ਜ਼ਿੰਦਗੀ 'ਚ ਕੋਈ ਐਸਾ ਕੰਮ ਕੀਤਾ ਹੋਣਾ ਜਿਹੜਾ ਸਾਡੇ ਵਾਸਤੇ ਬਾਇਸੇ ਸ਼ਰਮਿੰਦਗੀ ਬਣੇਗੀ। बहुत शुक्रिया जी। अस्सलाम वालेकुम जी, क्या हाल है सुब्रा साहब? ਠੀਕ ਠਾਕ ਜਨਾਬ, ਤੁਸੀਂ ਸੁਣਾਓ? तबीयत सेहत ठीक है?
आज बेस्ट है जी, जबरदस्त। ਅੱਜ ਫੰਕਸ਼ਨ ਤੇ ਜਾ ਰਹੇ ਨੇ ਇਸ ਲਈ ਬਸ। इंशाल्लाह दुआ करना। ਦਿਲਾਵਰ ਭਾਈ ਤੁਹਾਡੀ ਕੀ ਕੈਸੀ ਤਬੀਅਤ ਹੈ? ठीक है जी, बिल्कुल बेहतर है। ਮੈਂ ਤਾਂ ਸੁਣਿਆ ਤੁਸੀਂ ਅਗਲੇ ਸਾਲ ਵਰਲਡ ਕੱਪ ਵਾਸਤੇ ਜਾ ਰਹੇ ਹੋ। देखो जी, अगर टाइम लगा तो जाओगे, अगर टाइम को मिल गया तो ਅੱਛਾ, जाओगे। ਯਾਨੀ ਤੁਹਾਨੂੰ ਟਾਈਮ ਲੱਗੇਗਾ ਤੇ ਫਿਰ ਤੁਸੀਂ ਜਾਓਗੇ। नहीं, इंशाल्लाह अगर टाइम मिल गया तो जाओगे। ਅੱਛਾ, ਤਾਂ ਤੁਸੀਂ ਇਹਦੀ ਗੱਲ ਦਾ ਮਤਲਬ ਵੀ ਮੈਂ ਇਹਨੂੰ ਵਰਲਡ ਕੱਪ ਤੇ ਭੇਜਣਾ ਤੋਂ ਕਰਿਆ ਮੈਨੂੰ ਟਾਈਮ ਮਿਲ ਗਿਆ ਤੇ ਮੈਂ ਜਾਵਾਂਗਾ। ਮਤਲਬ ਕਿੰਨਾ ਅਰਸਾ ਤੁਸੀਂ ਮੇਲੇ ਤੇ ਕੰਮ ਕੀਤਾ? सर मैं तकरीबन 25 साल किया जी। ਕਿਉਂ ਕੀਤਾ? बस उस टाइम मेरा शौक सी मेलियां से। ਅੱਛਾ मैं साइकिल भी चलाया है, ਅੱਛਾ, ਸਾਈਕਲ ਗਰਾਊਂਡ। साइकिल ग्राउंड। ਜੀ ਜੀ। तो तकरीबन 10 साल साइकिल ਦੇ ਕੰਮ ਕੀਤਾ। ਉਸ ਤੋਂ ਬਾਅਦ ਲੱਕੀ ਰਾਣੀ ਸਰਕਸ। ਅੱਛਾ, ਇਹ ਜਿਹੜਾ 8 ਦਿਨ ਇੱਕ ਬੰਦਾ ਸਾਈਕਲ ਚਲਾਉਂਦਾ जी ਰਹਿੰਦਾ। सर मैं बिल्कुल चैंपियन हूँ, साइकिल चैंपियन हूँ। ਅੱਛਾ, ਤੇ ਉਹ ਫਿਰ ਸਾਈਕਲ ਤੇ ਰਾਤੀ ਸੌਂ ਉਹ ਘਰ ਨਹੀਂ ਚਲੇ ਜਾਂਦਾ? नहीं सर, वो असली पूरी यानी कि सारी रात 2 बच्चों की ड्यूटी, ਜੀ ਜੀ। वो फिर रमा दमा ही। ਉਹ ਚੱਲਦੇ ਦੋਨੋਂ ਬੱਚੇ ਇੱਕ ਹੀ ਸਾਈਕਲ ਤੇ? नहीं जी सर, मैं वो ड्यूटी तो होती सी, राती मेरा ख्याल करना उन्होंने, ਅੱਛਾ और सारी रात मैं रमा दमा ही रहना। ਅੱਛਾ, ਯਾਨੀ ਤੁਸੀਂ ਚਲਾਉਂਦੇ ਰਹੇ ਉਹ ਡਿਊਟੀ ਤੋਂ? हाँ जी, चाह ਨਹੀਂ वगैरह। ਤੇ ਜਦੋਂ ਨੀਂਦ ਆ ਜਾਂਦੀ ਸਾਈਕਲ ਦੇ ਉੱਤੇ? नींद आ जाती सर, ਅਸੀਂ ਫਿਰ ਸਾਈਕਲ ਆਪਣੇ ਫਨ ਦੇ ਨਾਲ ਉਹ ਅਸੀਂ ਥੱਲੇ ਸਿੱਧਾ ਕਰ ਲੈਣਾ। ਅੱਛਾ, ਫਿਰ ਉੱਤੇ ਬਹਿ ਕੇ ਅਸੀਂ ਮਤਲਬ ਘੰਟਾ ਅੱਧਾ ਘੰਟਾ ਤੇ ਜਦੋਂ ਨਾਸ਼ਤਾ ਕਰਨਾ ਹੋਵੇ ਤੇ ਫਿਰ? ਉਹ ਵੀ ਫਿਰ ਸਿੱਧਾ ਹੀ ਕਰਕੇ ਯਾਨੀ ਆਪਣੇ ਫਲ ਟੈਕਨੀਕ ਦੇ ਨਾਲ? ਟੈਕਨੀਕ। ਇਹ ਜੈਨੂਇਨ ਗੱਲ ਹੈ। ਜੀ ਜੀ। ਸੁਬਰਾ ਸਾਹਿਬ ਤੁਸੀਂ ਕੋਈ ਜਾਣਦੇ ਹੋ ਇਹਦੇ ਬਾਰੇ ਚ? ਮਤਲਬ ਇਹ ਜਿਹੜੀ ਦੱਸ ਰਹੇ ਨੇ ਗੱਲਬਾਤ? ਬਿਲਕੁਲ ਸਰ, ਜਾਣਦੇ ਆ। ਸਾਡੇ ਕੋਲ ਇੱਥੇ ਸੀ ਇੱਕ ਜਾਨੀ ਕਾਮਰਾਨ ਸਾਹਿਬ, ਅੱਛਾ ਬਹੁਤ ਹੋ ਗਏ ਜੀ, ਨੇ, ਜੀ। ਨਵੀਆਂ ਜਨਤਾ ਚ ਕਰਦੇ ਨੇ। ਬਹੁਤ ਅੱਛਾ ਸਾਈਕਲ ਚੈਂਪੀਅਨ ਸੀ। ਅੱਛਾ। ਇਹਨਾਂ ਨੇ 7 ਦਿਨ 8 ਦਿਨ ਐਵੇਂ ਗਰਾਊਂਡ ਦੇ ਵਿੱਚ ਸਾਈਕਲ ਚਲਾਣੀ ਹੁੰਦੀ ਹੈ। ਓਏ ਹੋਏ ਹੋਏ। ਰਾਤ ਨੂੰ ਇਹਨਾਂ ਨੂੰ ਅਗਰ ਊਂਘ ਆ ਗਈ, ਨੀਂਦ ਆ ਗਈ, ਤੇ ਇਹਨਾਂ ਨੇ ਸਾਈਕਲ ਆਪਣੀ ਟੈਕਨੀਕ ਨਾਲ ਲਟਾ ਕੇ ਉਹਦੇ ਤੇ ਤੱਕੀਆਂ ਛੱਕੀਆਂ ਲਾ ਕੇ ਸੌਂ ਲੈਣਾ ਘੰਟਾ 2 ਘੰਟੇ। ਯਾਰ ਇਹ ਬੜਾ ਔਰ ਨਹਾਣਾ ਵੀ ਇਹਨਾਂ ਨੇ ਸਾਈਕਲ ਚੱਲਦੀ ਤੇ ਹੀ ਹੈ। ਓਏ ਹੋਏ ਹੋਏ। ਸਾਈਕਲ ਚੱਲਦੀ ਤੇ ਹੀ ਨਹਾਣਾ ਹੈ। ਫਿਰ ਇਹਨਾਂ ਦਾ ਇੱਕ ਕਰਤਬ ਮੈਂ ਦੇਖਿਆ ਸੀ, ਇਹਨਾਂ ਨੇ ਖੱਡਾ ਮਾਰ ਦਿੱਤਾ ਸੀ ਕਬਰ ਦੀ ਤਰ੍ਹਾਂ। ਅੱਛਾ। ਉਹਦੇ ਵਿੱਚ ਬੰਦੇ ਨੂੰ ਉਤਾਰ ਦਿੱਤਾ, ਫਿਰ ਇੱਕ ਫਾਟਕ ਬਣਾ ਦਿੱਤਾ, ਜੀ ਜੀ। ਉਹਨੂੰ ਅੱਗ ਲਾ ਦਿੱਤੀ, ਉਹਦੇ ਵਿੱਚੋਂ ਸਾਈਕਲ ਲਗਾਈ, ਓਏ ਹੋਏ। ਫਿਰ ਟਰੈਕਟਰ ਨੂੰ ਰੋਕਣਾ ਵਾਲਾਂ ਨਾਲ। ਉਹ ਜਾਨੀ ਮਤਲਬ ਕਾਮਰਾਨ ਐਵੇਂ ਕਰਦਾ ਸੀ। ਅੱਲਾਹ ਪਾਕ ਨੇ ਇਨਸਾਨ ਦੇ ਅੰਦਰ ਬਹੁਤ ਸਾਰੀ ਸਲਾਹੀਅਤਾਂ ਔਰ ਕੁਆਲਿਟੀਆਂ ਰੱਖੀਆਂ ਨੇ। ਬੜਾ ਮੁਸ਼ਕਿਲ ਕੰਮ ਹੈ ਬਹੁਤ ਹੀ ਉਹ। ਤੇ ਫਿਰ ਪਿੱਛੇ ਬੱਚੇ ਵੀ ਫੈਮਿਲੀ ਤੰਗ ਨਹੀਂ ਹੁੰਦੀ ਤੁਹਾਨੂੰ? ਸਰਵੇ ਰੋਜ਼ ਹੀ ਹੈ ਨਾ ਇੱਥੇ। ਰੋਜ਼ੀ ਨਾ ਰੋਜ਼ੀ ਆ। ਅੱਜ ਕੱਲ ਹੁਣ ਤੁਸੀਂ ਕੀ ਕਰ ਰਹੇ ਹੋ? ਅੱਜ ਕੱਲ ਸਾਈਕਲ ਗਰਾਊਂਡ ਵਾਲਾ ਸਿਸਟਮ ਬਿਲਕੁਲ ਖਤਮ ਹੋ ਗਿਆ। ਅੱਛਾ। ਖਤਮ ਹੋ ਗਿਆ। ਅੱਛਾ। ਅੱਜ ਕੱਲ ਸ਼ਾਦੀ ਦੇ ਫੰਕਸ਼ਨ ਵਗੈਰਾ ਪ੍ਰੋਗਰਾਮ ਲਾਈਟਿੰਗ ਸ਼ਾਦੀ ਦੀ। ਅੱਜ ਦੇ ਫਨਕਾਰ ਵਿੱਚ ਤੇ ਉਸ ਦੌਰ ਦੇ ਫਨਕਾਰ ਔਰ ਫਨਕਾਰਾਂ ਦੇ ਵਿੱਚ ਕੀ ਫਰਕ ਸੀ? ਫਰਕ ਉਹ ਸੀ ਕਿ ਅੱਗੇ ਫਨਕਾਰਾਂ ਦੀ ਕਦਰ ਹੁੰਦੀ ਸੀ, ਅੱਛਾ ਔਰ ਲੋਕ ਬੜੇ ਖੁਸ਼ੀ ਨਾਲ ਔਰ ਬੜੇ ਸ਼ੌਕ ਨਾਲ ਵੇਖਣ ਆਉਂਦੇ ਸੀ ਫਨਕਾਰਾਂ ਨੂੰ, ਸਾਈਕਲ ਗਰਾਊਂਡ ਨੂੰ, ਮੇਲਿਆਂ ਨੂੰ। ਠੀਕ ਹੈ। ਤੇ ਪਰ ਹੁਣ ਕਦਰ ਨਹੀਂ ਹੈ। ਉਹ ਫਨਕਾਰ ਨਹੀਂ ਰਹੇ ਜਾਂ ਮਤਲਬ ਕਦਰ ਨਹੀਂ ਰਹੀ? ਕਦਰ ਨਹੀਂ ਸਾਰੋ, ਕਦਰ ਨਹੀਂ। ਫਨਕਾਰ ਹੈ ਨਹੀਂ ਉਹ? ਫਨਕਾਰ ਹੈਗੇ ਉਸੇ ਤਰ੍ਹਾਂ ਦੇ? ਇਸੇ ਤਰ੍ਹਾਂ ਹੈ। ਨਹੀਂ, ਇਹ ਜਿਹੜਾ ਅੱਜ ਕੱਲ ਇੱਕ ਬੜਾ ਅਜੀਬੋ ਗਰੀਬ ਮਾਹੌਲ ਚੱਲ ਰਿਹਾ ਹੈ ਮਤਲਬ ਜੀ ਜੀ। ਪ੍ਰੋਗਰਾਮਸ ਤੇ ਇਵੈਂਟਸ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਅਸਲ ਫਨਕਾਰਾਂ ਦੀ ਰੋਜ਼ੀ ਬੰਦ ਨਹੀਂ ਹੁੰਦੀ ਜਾ ਰਹੀ? ਬਿਲਕੁਲ ਬੰਦ ਹੋਈ ਜਾ ਰਹੀ ਹੈ। ਜਿਹੜਾ ਹਾਲਾਤ ਬਣੇ ਪਏ ਨੇ ਔਰ ਜਿਹੜੇ ਹਾਲਾਤ ਚੱਲ ਰਹੇ ਨੇ, ਬਿਲਕੁਲ ਰੋਜ਼ੀ ਬੰਦ ਹੋ ਗਈ। ਬਹਰਹਾਲ ਮੈਂ ਤੇ ਅੱਲਾਹ ਪਾਕ ਨੂੰ ਦੁਆ ਕਰਾਂਗਾ ਕਿ ਅੱਲਾਹ ਤਾਲਾ ਸਾਨੂੰ ਸਭ ਨੂੰ ਸਿੱਧੇ ਰਸਤੇ ਚੱਲਣ ਦੀ ਤੌਫੀਕ ਅਤਾ ਫਰਮਾਏ। ਤੇ ਦਿਲਾਵਰ ਭਾਈ ਤੁਸੀਂ ਮੇਤਰਾ ਚੌਕ ਚ ਆਏ, ਬੜੀ ਮਿਹਰਬਾਨੀ ਤੁਹਾਡੀ। ਆਸਿਫ ਸੁਬਰਾ ਸਾਹਿਬ ਅਗੇਨ ਥੈਂਕ ਯੂ ਜੀ। ਦੇਖते रहें जी FFP प्रोडक्शन।